ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਮੈਂ ਗਗਨਦੀਪ ਸਿੰਘ ਤੇ ਖਾਸ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਸਵੇਰੇ। ਹਾਲਾਂਕਿ ਜਿਸ ਮਾਮਲੇ ਦੇ ਉੱਤੇ ਸੁਣਵਾਈ ਸੀ ਉਸ ਨੂੰ ਟਾਲ ਦਿੱਤਾ ਗਿਆ ਸੁਪਰੀਮ ਕੋਰਟ ਦੇ ਵੱਲੋਂ, ਕਿਉਂਕਿ ਉਸ ਦਾ ਪਾਲੇ ਦੇ ਵਿੱਚ ਹੁਣ ਗੇਂਦ ਦਿੱਲੀ ਦੀ ਪੁਲਿਸ ਤੇ ਆ ਗਈ ਹੈ ਕਿ ਦਿੱਲੀ ਪੁਲਿਸ ਕਿਸਾਨ ਪਰੇਡ ਦੇ ਉੱਤੇ ਫੈਸਲਾ ਲਵੇ ਕਿ ਪਰੇਡ ਕਰਵਾਉਣੀ ਜਾਂ ਨਹੀਂ ਕਰਵਾਉਣੀ। ਜੇਕਰ ਕਰਵਾਉਣੀ ਹੈ ਤਾਂ ਕਿਸ ਰੂਟ ਪਲਾਨ ਦੇ ਉੱਤੋਂ ਹੋ ਕੇ ਪਰੇਡ ਗੁਜ਼ਰੇਗੀ। ਇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ ਉੱਤੇ ਦਿੱਲੀ ਪੁਲਿਸ ਦੇ ਹੱਥ 'ਚ ਕਮਾਂਡ ਦੇ ਦਿੱਤੀ ਹੈ ਕਿ ਦਿੱਲੀ ਪੁਲਿਸ ਫੈਸਲਾ ਲਵੇ। ਤੇ ਦੂਜੇ ਪਾਸੇ ਬੀਤੇ ਦਿਨਾਂ ਦੇ ਵਿੱਚ ਜਨ ਸੰਸਦ ਨੂੰ ਲੈ ਕੇ ਇੱਕ ਮੀਟਿੰਗ ਹੋਈ ਸੀ, ਜਿਸ ਮੀਟਿੰਗ ਦੇ ਵਿੱਚ ਪਹੁੰਚੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਮਾਮਲਾ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ। ਇਹਨਾਂ ਸਾਰੇ ਮਾਮਲਿਆਂ ਤੇ ਚਰਚਾ ਕਰਾਂਗੇ ਤੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਸਵਾਗਤ ਦੇ ਨਾਲ ਹੀ ਸਵਾਲਾਂ ਦੇ ਵੱਲ ਵਧਾਂਗੇ। ਡੱਲਾ ਜੀ ਸਵਾਗਤ। ਬਹੁਤ ਧੰਨਵਾਦ ਗਗਨ ਜੀ, ਬਹੁਤ ਧੰਨਵਾਦ। ਡੱਲਾ ਜੀ, ਜੋ ਸਭ ਤੋਂ ਪਹਿਲੀ ਗੱਲ, ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ, ਹਾਲਾਂਕਿ ਸੁਣਵਾਈ ਟਾਲ ਦਿੱਤੀ ਗਈ, ਪਰ ਇਹਨਾਂ ਜ਼ਰੂਰ ਕਿਹਾ ਸੁਪਰੀਮ ਕੋਰਟ ਨੇ ਕਿ ਜੋ ਫੈਸਲਾ ਹੈ ਉਹ ਦਿੱਲੀ ਪੁਲਿਸ ਨੂੰ ਕਰਨਾ ਚਾਹੀਦਾ। ਇਹਨੂੰ ਕਿੱਦਾਂ ਦੇਖੋ, ਪਹਿਲੀ ਤਾਂ ਜਿਹੜੀ ਸੁਪਰੀਮ ਕੋਰਟ 'ਚ ਸੁਣਵਾਈ ਗਗਨ ਹੋਈ ਹੈ, ਉਹਦੇ ਵਿੱਚ ਸੋਮਵਾਰ ਸ਼ਾਮ ਦੁਪਹਿਰ ਨੂੰ ਜਿਹੜੀ ਸੁਣਵਾਈ ਹੋਈ, ਉਹਦੇ 'ਚ ਮੁੱਖ ਜੱਜ ਸੀ ਜਿਹੜੇ ਚੀਫ ਜਸਟਿਸ ਜਿਹੜੇ ਬੋਬੜੇ ਸਾਹਿਬ ਨੇ, ਸ਼ਰਦ ਆਨੰਦ ਬੋਬੜੇ ਪੂਰਾ ਨਾਮ ਹੈ ਭਾਰਤ ਦੇ ਮੁੱਖ ਚੀਫ ਜਸਟਿਸ ਦਾ। ਉਹਨਾਂ ਦੇ ਨਾਲ ਅੱਜ ਸੁਣਵਾਈ 'ਚ 2 ਜੱਜ ਨਵੇਂ ਸੀ, ਕਿਉਂਕਿ ਉਹ ਪਿਛਲੀ ਸੁਣਵਾਈ 'ਚ ਜਦੋਂ ਇਹ ਪਟੀਸ਼ਨ ਦਿੱਲੀ ਪੁਲਿਸ ਦੀ ਆਈ ਉਦੋਂ ਉਹ ਹੈ ਨਹੀਂ ਸੀਗੇ। ਸੋ ਮੁੱਖ ਜੱਜ ਦੇ ਨਾਲ 2 ਨਵੇਂ ਜੱਜ ਸੀ, ਜਿਸ ਕਰਕੇ ਸੁਣਵਾਈ ਹੁਣ ਜਿਹੜੀ ਹੈ ਉਹ 20 ਜਨਵਰੀ ਤੱਕ ਟਾਲੀ ਗਈ ਹੈ। ਹੁਣ ਇਹਦੇ ਉੱਪਰ ਤਾਂ 20 ਜਨਵਰੀ ਨੂੰ ਫੈਸਲਾ ਆਊਗਾ ਸੁਪਰੀਮ ਕੋਰਟ ਕੀ ਕਹਿਣਾ ਚਾਹੁੰਦੀ ਹੈ 26 ਜਨਵਰੀ ਦੀ ਪਰੇਡ ਤੇ। ਪਰ ਸੁਪਰੀਮ ਕੋਰਟ ਨੇ ਇੱਕ ਬੜੀ ਗੱਲ ਵੱਡੀ ਕਹੀ ਹੈ। ਸੁਪਰੀਮ ਕੋਰਟ ਕਹਿੰਦੀ ਵੀ ਪੁਲਿਸ ਸਾਡੇ ਕੋਲੇ ਆਈ ਹੈ, ਸੁਪਰੀਮ ਕੋਰਟ ਕੋਲੇ। ਇਹ ਪੁਲਿਸ ਕੋਲੇ ਆਪਣੇ ਕੋਲੇ ਬਹੁਤ ਸਾਰੀਆਂ ਸ਼ਕਤੀਆਂ ਨੇ, ਪਹਿਲਾਂ ਪੁਲਿਸ ਤਾਂ ਫੈਸਲਾ ਕਰੇ। ਕਿਸਾਨਾਂ ਨੇ ਦੇਖੋ ਲਿਖਤੀ ਤਾਂ ਹਜੇ ਮੈਨੂੰ ਲੱਗਦਾ ਕਿਸਾਨਾਂ ਨੇ ਮਨਜ਼ੂਰੀ ਨਹੀਂ ਮੰਗੀ ਦਿੱਲੀ ਪੁਲਿਸ ਤੋਂ, ਕਿਉਂਕਿ ਉਹ ਮਨਜ਼ੂਰੀ ਤਾਂ ਮੰਗਣ ਨਾ ਜੇ ਦਿੱਲੀ 'ਚ ਹੋਣ ਸਾਡੇ ਕਿਸਾਨ ਤਾਂ ਪਹਿਲਾਂ ਹੀ ਬਾਰਡਰ 'ਤੇ ਬਾਹਰ ਬੈਠੇ ਨੇ, ਸਿੰਘੂ ਬਾਰਡਰ ਤੋਂ ਅੱਗੇ ਤਾਂ ਉਹਨਾਂ ਨੂੰ ਜਾਣ ਹੀ ਨਹੀਂ ਦਿੱਤਾ ਜਾ ਰਿਹਾ। ਸੋ ਲਿਖਤੀ ਮਨਜ਼ੂਰੀਆਂ ਲਈ ਤਾਂ ਉਹ ਤਾਂ ਹੋਣ ਨਾ ਜੇ ਉਹ ਉੱਥੇ ਗਏ ਹੋਣ, ਹੋ ਸਕਦਾ ਕਿਸੇ ਦੇ ਥਰੂ, ਵਕੀਲਾਂ ਦੇ ਥਰੂ ਕੋਈ ਅਰਜ਼ੀ ਪਾ ਦੇਣ। ਪਰ ਸੁਪਰੀਮ ਕੋਰਟ ਪੁਲਿਸ ਨੂੰ ਕਹਿੰਦੀ ਪਹਿਲਾਂ ਤੁਸੀਂ ਤੈਅ ਕਰੋ ਵੀ ਕਿਸਾਨਾਂ ਦੀ ਟਰੈਕਟਰ ਰੈਲੀ ਦੀ ਤੁਸੀਂ ਮਨਜ਼ੂਰੀ ਦੇਣਾ ਚਾਹੁੰਦੇ ਹੋ ਜਾਂ ਨਹੀਂ ਦੇਣਾ ਚਾਹੁੰਦੇ। ਦੂਜੇ ਪਾਸੇ ਕਿਸਾਨਾਂ ਨੇ ਗਗਨ ਪ੍ਰੈਸ ਕਾਨਫਰੰਸ ਕਰਕੇ ਸਾਫ਼ ਹੀ ਕਹਿਤਾ ਕਿ ਸਾਡਾ ਤਾਂ ਜਿਹੜਾ ਇਹ ਮਾਰਚ ਹੈ ਇਹ ਗਣਤੰਤਰ ਦਿਵਸ ਹੈ, ਸਾਡਾ ਵੀ ਹੈ, ਹਰ ਭਾਰਤੀ ਦਾ ਗਣਤੰਤਰ ਦਿਵਸ ਹੈ। ਡਾਕਟਰ ਭੀਮ ਰਾਓ ਅੰਬੇਦਕਰ ਉਹਨਾਂ ਨੇ ਜਿਹੜਾ ਸਾਡਾ ਗਣਤੰਤਰ ਲਿਖਿਆ ਸੀ ਉਹ 1949 'ਚ ਲਾਗੂ ਹੋਇਆ ਸੀ। ਔਰ ਗਣਤੰਤਰ ਦਿਵਸ ਦੇ ਮੌਕੇ ਪੂਰੇ ਮੁਲਕ ਦੇ ਵਿੱਚ ਜਸ਼ਨ ਮਨਾਏ ਜਾਂਦੇ ਨੇ। ਸੋ ਟਰੈਕਟਰ ਰੈਲੀ, ਟਰੈਕਟਰਾਂ 'ਤੇ ਤਿਰੰਗੇ ਝੰਡੇ ਲਾ ਕੇ, ਕਿਸਾਨੀ ਝੰਡੇ ਲਾ ਕੇ ਮਨਾਉਣਾ ਹਰ ਕਿਸਾਨ ਦਾ ਹੱਕ ਹੈ। ਕਿਸਾਨ ਕਹਿੰਦੇ ਅਸੀਂ ਦਿੱਲੀ ਦੇ ਆਊਟਰ ਰਿੰਗ ਰੋਡ 'ਤੇ ਪਰਿਕਰਮਾ ਕਰਾਂਗੇ। ਦੇਖੋ ਟਰੈਕਟਰ ਜਦੋਂ ਸਕੂਟਰ ਰੈਲੀ ਹੁੰਦੀ ਹੈ, ਜਦੋਂ ਕਈ ਵਾਰੀ ਪੋਲੀਟੀਕਲ ਪਾਰਟੀਆਂ ਰੈਲੀ ਕਰਦੀਆਂ ਨੇ, ਉਹ ਵੀ ਤਾਂ ਇੱਕ ਗੇੜਾ ਹੀ ਦੇਣਾ ਹੁੰਦਾ ਨਾ ਜੀ। ਆਪਾਂ ਕਿਹੜਾ ਮਕਾਨ ਪਾਉਣਾ ਰੈਲੀ ਕਰਦੇ ਹੋਏ ਸੀਮੈਂਟ ਇੱਟਾਂ ਢੋ ਕੇ, ਅਤੇ ਕਿਸਾਨਾਂ ਨੇ ਕਿਹੜਾ ਚਾਰਾ ਲੈ ਕੇ ਜਾਣਾ ਪੱਠਿਆਂ ਲਈ ਹੈ ਜੀ। ਟਰਾਲੀਆਂ 'ਚ ਵੱਧ ਤੋਂ ਵੱਧ ਉਹਨਾਂ ਦੇ ਸਮਰਥਕ ਹੋਣਗੇ ਝੰਡਿਆਂ ਵਾਲੇ। ਵੈਸੇ ਤਾਂ ਇਕੱਲੇ ਟਰੈਕਟਰ ਹੀ ਲੈ ਕੇ ਜਾਣੇ ਉਹਨਾਂ ਨੇ, ਟਰਾਲੀਆਂ ਤਾਂ ਲੈ ਕੇ ਨਹੀਂ ਜਾਣੀਆਂ। ਦਿੱਲੀ 'ਚ ਮੈਨੂੰ ਲੱਗਦਾ ਟਰੈਕਟਰਾਂ ਮਗਰ ਟਰਾਲੀਆਂ ਲਿਜਾਣਾ ਵੀ ਔਖਾ ਲੱਗੂਗਾ, ਮੋੜਨ 'ਚ ਦਿੱਕਤ ਆਊਗੀ ਕਿਉਂਕਿ ਬਹੁਤ ਸਾਰੇ ਫਲਾਈਓਵਰ ਹੈ। ਸੋ ਇਕੱਲੇ ਟਰੈਕਟਰ ਜਾਣੇ ਨੇ, ਇਕੱਲੇ ਟਰੈਕਟਰ 'ਤੇ ਝੰਡੇ ਲੱਗੇ ਹੋਣੇ ਨੇ, ਭਾਰਤ ਦਾ ਝੰਡਾ ਗਣਤੰਤਰ ਦਿਹਾੜੇ ਦਾ ਔਰ ਖੇਤੀਬਾੜੀ ਦਾ ਝੰਡਾ। ਹਰ ਕਿਸਾਨ ਯੂਨੀਅਨ ਆਪਣਾ ਝੰਡਾ ਲਾਊਗੀ। ਹੁਣ ਕਿਸਾਨ ਕਹਿੰਦੇ ਅਸੀਂ ਸ਼ਾਂਤੀਪੂਰਵਕ ਮਾਰਚ ਰੱਖਣਾ। ਇਹ ਗੱਲ ਸੁਪਰੀਮ ਕੋਰਟ ਦੇ ਵੀ ਨੋਟਿਸ 'ਚ ਹੋਣੀ, ਤਾਂ ਹੀ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਕਿਹਾ ਨਾ ਵੀ ਤੁਸੀਂ ਫੈਸਲਾ ਲਓ। ਹੁਣ ਗੱਲ ਅਸਲ 'ਚ ਦਿੱਲੀ ਪੁਲਿਸ ਕੋਲੇ ਆ ਗਗਨ, ਕਿ ਦਿੱਲੀ ਪੁਲਿਸ ਕੀ ਕਰਨਾ ਚਾਹੁੰਦੀ ਹੈ, ਕੀ ਉਹ ਮਨਜ਼ੂਰੀ ਦਿੰਦੀ ਹੈ, ਕੀ ਉਹ ਨਹੀਂ ਦਿੰਦੇ। ਹੁਣ ਸੁਪਰੀਮ ਕੋਰਟ 20 ਤਰੀਕ ਨੂੰ ਸੁਣਵਾਈ ਕਰੂ। ਹੁਣ ਮੈਨੂੰ ਇਹ ਲੱਗਦਾ ਕਿ ਅੱਜ ਰਾਤ ਨੂੰ ਜਾਂ ਕੱਲ੍ਹ 19 ਤਰੀਕ ਨੂੰ ਦਿੱਲੀ ਪੁਲਿਸ ਇਹਦੇ ਉੱਪਰ ਕੋਈ ਫੈਸਲਾ ਕਰੂਗੀ। ਔਰ ਦਿੱਲੀ ਪੁਲਿਸ ਦਾ ਫੈਸਲਾ ਜਿਵੇਂ ਬਾਹਰ ਆਊਗਾ, ਜਾਂ ਦਿੱਲੀ ਪੁਲਿਸ 20 ਤਰੀਕ ਨੂੰ ਸੁਪਰੀਮ ਕੋਰਟ 'ਚ ਦੱਸੂਗੀ ਜਾ ਕੇ ਵੀ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਜੀ। ਸੋ ਇਹ ਗੱਲ ਤਾਂ ਉੱਥੇ ਚਲੀ ਗਈ। ਮੇਰੀ ਨਜ਼ਰ 'ਚ ਇਸ ਜਨ ਸੰਸਦ ਦੀ ਹੁਣ ਲੋੜ ਨਹੀਂ। ਇਹ ਜਨ ਸੰਸਦ ਉਦੋਂ ਕੀਤੀ ਜਾਣੀ ਚਾਹੀਦੀ ਸੀ ਪੋਲੀਟੀਕਲ ਪਾਰਟੀਆਂ ਵੱਲੋਂ ਜਦੋਂ ਪਾਰਲੀਮੈਂਟ ਦੇ ਵਿੱਚ ਕਾਨੂੰਨ ਪਾਸ ਹੋਏ ਨੇ। ਤੁਸੀਂ ਉਦੋਂ ਅਸਤੀਫੇ ਦੇ ਕੇ ਕਿਉਂ ਨਹੀਂ ਆਪਣੇ ਘਰਾਂ ਨੂੰ ਆਏ? ਮੈਂ ਤਾਂ ਬੜਾ ਹੈਰਾਨ ਹਾਂ। ਅਸਤੀਫੇ ਜੇਬ 'ਚ ਪਾ ਕੇ ਰੱਖਣੇ ਚਾਹੀਦੇ ਨੇ ਪੋਲੀਟੀਕਲ ਬੰਦਿਆਂ ਨੂੰ ਇਹੋ ਜਿਹੇ ਮੌਕੇ 'ਤੇ। ਪਾਰਲੀਮੈਂਟ 'ਚ ਅਗਰ ਇਹ ਕਾਨੂੰਨ ਪਾਸ ਹੋਇਆ ਅਤੇ ਤੁਸੀਂ ਘਰੇ ਆ ਕੇ ਸ਼ਾਮ ਨੂੰ ਭੋਜਨ ਖਾ ਕੇ ਰਾਤ ਨੂੰ ਦੁੱਧ 'ਚ ਜ਼ਿਆਦਾ ਮਿੱਠਾ ਪਾ ਕੇ ਸੌਂ ਰਹੇ ਹੋ, ਜਾਂ ਕੋਈ ਫਿੱਕਾ ਵੀ ਪੀਂਦਾ ਹੋਣਾ ਦੁੱਧ, ਕੀ ਲੋੜ ਸੀ ਇਸ ਚੀਜ਼ ਦੀ? ਉਸ ਵੇਲੇ ਅੰਦੋਲਨ ਦੀ ਲੋੜ ਸੀ ਕਿਸਾਨਾਂ ਦੇ। ਸੋ ਹੁਣ ਉਸ ਵੇਲੇ ਅੰਦੋਲਨ ਦੀ ਲੋੜ ਸੀ ਪੋਲੀਟੀਕਲ ਪਾਰਟੀਆਂ ਦੇ। ਹੁਣ ਤਾਂ ਪੋਲੀਟੀਕਲ ਪਾਰਟੀਆਂ ਦੇ ਅੰਦੋਲਨ ਦੀ ਲੋੜ ਹੀ ਕਿਸੇ ਨੂੰ ਨਹੀਂ। ਕਿਸਾਨਾਂ ਦਾ ਅੰਦੋਲਨ ਐਡਾ ਵੱਡਾ ਹੋ ਗਿਆ। ਬਾਕੀ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਦੀ ਆਪਣੀ ਸ਼ਰਧਾ ਹੈ। ਸਾਡੇ ਭਾਅ ਦੀ ਤਾਂ ਦਿੱਲੀ ਛੱਡ ਬੰਬੇ ਜਾ ਕੇ ਬਹਿ ਜਾਣ, ਲੰਡਨ ਜਾ ਕੇ ਬਹਿ ਜਾਣ ਧਰਨਾ ਲਾ ਕੇ। ਆਮ ਲੋਕਾਂ ਨੂੰ ਉਸ ਧਰਨੇ ਨਾਲ ਕੋਈ ਲੈਣਾ ਦੇਣਾ ਨਹੀਂ। ਚੜੂਨੀ ਸਾਹਿਬ ਦੇ ਮਸਲੇ 'ਤੇ ਆਪਸ ਦੇ ਵਿੱਚ ਫੁੱਟ ਨਹੀਂ ਪੈਣੀ ਚਾਹੀਦੀ ਕਿਸਾਨ ਜਥੇਬੰਦੀਆਂ ਦੀ, ਇਹ ਬੜਾ ਜ਼ਰੂਰੀ ਹੈ। ਸੋ ਮੈਨੂੰ ਚਾਹੀਦਾ ਜਿਹੜੀ 3 ਮੈਂਬਰੀ ਕਮੇਟੀ ਬਣੀ ਹੈ ਉਹ ਚੜੂਨੀ ਸਾਹਿਬ ਦੀ ਗੱਲ ਨੂੰ ਮਾੜਾ ਮੋਟਾ ਜਿਹੜਾ ਹੈਗਾ ਆਪਸੀ ਮੁਹੱਬਤ ਨਾਲ ਹੀ ਨਿਬੜੂਗੀ।
ਤੇ ਡੱਲਾ ਜੀ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਬਿਆਨ ਬਹੁਤ ਚਰਚਾ ਦੇ ਵਿੱਚ ਆ ਰਿਹਾ ਹੈ NIA ਦੇ ਨੋਟਿਸਾਂ ਦੇ ਉੱਤੇ। ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਤੁਹਾਨੂੰ ਇਹ ਕਿਸਾਨ ਹਜੇ ਵੀ ਖਾਲਿਸਤਾਨੀ ਨਜ਼ਰ ਆ ਰਹੇ ਨੇ। ਦੇਖੋ ਮੈਂ ਤੁਹਾਨੂੰ ਉਹੀ ਕਹਿ ਰਿਹਾ, ਜਿਹੜੇ NIA ਦੇ ਨੋਟਿਸ ਨੇ ਨਾ, ਇਹਦੇ ਉੱਪਰ ਸੁਖਬੀਰ ਬਾਦਲ ਨੇ ਵੀ ਬਿਆਨ ਦਿੱਤਾ। ਸੁਖਬੀਰ ਬਾਦਲ ਨੇ BJP ਨੂੰ ਦੱਬ ਕੇ ਨਿੰਦਿਆ, ਔਰ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਣਵੀਰ ਸਿੰਘ ਬਿੱਟੂ ਉਹ ਕਹਿੰਦੇ ਸਾਨੂੰ ਨੋਟਿਸ ਭੇਜੋ, ਪਹਿਲਾਂ ਕਿਸਾਨਾਂ ਨੂੰ ਬਾਅਦ 'ਚ ਭੇਜੋ। ਹੁਣ ਕੈਪਟਨ ਅਮਰਿੰਦਰ ਨੇ ਵੀ BJP ਨੂੰ ਨਿਸ਼ਾਨੇ 'ਚ ਲੈ ਲਿਆ। ਹਰ ਮੁੱਦੇ ਤੇ ਪੋਲੀਟੀਕਲ ਪਾਰਟੀਆਂ ਸਿਆਸਤ ਕਰਨ ਦਾ ਮੌਕਾ ਲੱਭਦੀਆਂ ਨੇ। ਹੁਣ ਕੈਪਟਨ ਅਮਰਿੰਦਰ ਲਈ ਵੀ ਇਹ ਸਿਆਸੀ ਬਿਆਨ ਹੈ। ਕੈਪਟਨ ਅਮਰਿੰਦਰ ਕਹਿੰਦਾ NIA ਦੇ ਜਿਹੜੇ ਨੋਟਿਸ ਨੇ ਉਹ ਨਹੀਂ ਦਿੱਤੇ ਜਾਣੇ ਚਾਹੀਦੇ ਸੀ, ਇਹ BJP ਸਿਆਸੀ ਧੱਕਾ ਕਰ ਰਹੀ ਹੈ। ਦੇਖੋ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਇਹਨਾਂ ਨੋਟਿਸਾਂ ਨੂੰ ਇਸ ਵੇਲੇ ਨਹੀਂ ਦਿੱਤਾ ਜਾਣਾ ਚਾਹੀਦਾ ਸੀ। ਅਗਰ ਇਹਨਾਂ ਲੋਕਾਂ ਖਿਲਾਫ ਕੋਈ ਪੁਰਾਣੇ ਮਾਮਲੇ ਸੀ ਜਾਂ ਹੁਣ ਵੀ ਨੇ, ਤੇ ਇਹਨੂੰ ਬਹੁਤ ਸੰਜੀਦਗੀ ਦੇ ਨਾਲ ਨਜਿੱਠਣ ਦੀ ਲੋੜ ਹੈ, ਕਿਉਂਕਿ ਉਸੇ ਧਿਰ ਨਾਲ ਤਾਂ ਸਰਕਾਰ ਦੀ ਗੱਲਬਾਤ ਹੋ ਰਹੀ ਹੈ ਜੀ। ਇਹ ਕੋਈ ਵਿਅਕਤੀ ਇਹੋ ਜਿਹੇ ਨਹੀਂ ਜਿਹੜੇ ਤੁਰੰਤ ਦੇਸ਼ ਲਈ ਬਹੁਤ ਵੱਡਾ ਖਤਰਾ ਬਣ ਗਏ। ਹੁਣ ਇਹਨਾਂ ਦੇ ਵਿੱਚੋਂ ਸਾਰੇ ਹੀ ਮੈਨੂੰ ਲੱਗਦਾ ਨਿਰਦੋਸ਼ ਸਾਬਤ ਹੋ ਜਾਣੇ। ਹੋ ਸਕਦਾ ਕਿਸੇ ਦਾ ਸਬੰਧ ਵੀ ਹੋਵੇ, ਜੇ ਕਿਸੇ ਦਾ ਸਬੰਧ ਨਿਕਲੇ ਉਹਨੂੰ ਜ਼ਰੂਰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਹ ਕਿਹੜਾ ਸਾਡੇ ਮਾਮੇ ਦਾ ਪੁੱਤ ਲੱਗਦਾ। ਸੋ ਮਸਲਾ ਇਹ ਹੈ ਕਿ ਕੰਮ ਹੋਣਾ ਚਾਹੀਦਾ ਜਸਟਿਸ, ਟਰਾਂਸਪੇਰੈਂਸੀ ਨਾਲ। ਹੁਣ ਜਿਹੜੀ NIA ਹੈ, NIA ਦੀ ਕ੍ਰੈਡੀਬਿਲਿਟੀ ਦੇ ਉੱਤੇ ਭਰੋਸਾ ਲੋਕਾਂ ਦਾ ਬਣੂਗਾ ਅਗਰ ਕੁਝ ਸਹੀ ਨਿਕਲਦਾ ਇਹਦੇ 'ਚੋਂ। ਅਗਰ ਕੁਝ ਸਹੀ ਨਹੀਂ ਨਿਕਲਦਾ ਫਿਰ ਇਹ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਦਾ ਰਾਹ ਹੈ ਜਿਹੜਾ ਖੁੱਲ੍ਹ ਜਾਣਾ ਹੈ। ਦੇਖੋ ਹੁਣ ਕਈ BJP ਦੇ ਲੀਡਰ ਨੇ ਉਹ ਵਕਾਲਤ ਵੀ ਕਰ ਰਹੇ ਨੇ। ਦੇਖੋ ਇਹ ਕਿਉਂਕਿ ਇਹ ਪੋਲੀਟੀਕਲ ਮੁੱਦਾ। ਦੇਖੋ ਗਗਨ, ਇਸ ਗੱਲ ਨੂੰ ਅਸੀਂ ਨਕਾਰ ਨਹੀਂ ਸਕਦੇ ਕਿ ਪਿਛਲੇ ਸਮਿਆਂ 'ਚ ਬਹੁਤ ਸਾਰੇ ਲੋਕ ਨੇ ਬਾਹਰ ਬੈਠੇ ਜਿਹੜੇ ਗੈਰ ਕਾਨੂੰਨੀ ਫੰਡਿੰਗ ਕਰਦੇ ਨੇ ਭਾਰਤ 'ਚ। ਉਹ ਨਹੀਂ ਹੋਣੀ ਚਾਹੀਦੀ, ਸਾਨੂੰ ਗੈਰ ਕਾਨੂੰਨੀ ਫੰਡਿੰਗ ਨਹੀਂ ਚਾਹੀਦੀ। ਪਰ NIA ਨੂੰ ਇਹ ਸਾਬਤ ਕਰਨਾ ਪਊਗਾ ਕਿ ਇਸ ਮਾਮਲੇ 'ਚ ਕਿਸੇ ਨੂੰ ਗੈਰ ਕਾਨੂੰਨੀ ਫੰਡਿੰਗ ਆਈ ਹੈ। ਇਸ ਮਾਮਲੇ 'ਚ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਗੈਰ ਕਾਨੂੰਨੀ ਫੰਡਿੰਗ ਆਈ ਹੈ। ਹਾਂ, ਜੇ ਕਿਸੇ ਨੂੰ ਆਈ ਹੈ, ਜੇ ਕੋਈ ਵਿਵਾਦਿਤ ਜਥੇਬੰਦੀ ਨਾਲ ਜੁੜਿਆ ਤੇ ਜ਼ਰੂਰ ਉਹਨੂੰ ਗ੍ਰਿਫਤਾਰ ਵੀ ਕੀਤਾ ਜਾਣਾ ਚਾਹੀਦਾ, ਉਹਦੀ ਪੁੱਛਗਿੱਛ ਵੀ ਹੋਣੀ ਚਾਹੀਦੀ ਹੈ। ਔਰ ਅਗਰ ਸਾਡੇ ਸਧਾਰਨ ਪੰਜਾਬੀ ਨੇ ਜਿਹੜੇ ਕਮਾਉਣ ਗਏ ਨੇ, ਮਿਹਨਤਾਂ ਕਰਦੇ ਨੇ, 24-24 ਘੰਟੇ 2-2 ਸ਼ਿਫਟਾਂ ਲਾਉਂਦੇ ਨੇ, ਅਗਰ ਉਹ ਡਾਲਰ ਭੇਜਦੇ ਨੇ ਕਿਸਾਨਾਂ ਨੂੰ ਆਪਣੀ ਮਿਹਨਤ ਦੀ ਕਮਾਈ 'ਚੋਂ, ਉਹ ਤਾਂ ਦਸਵੰਧ ਹੈ, ਉਹ ਤਾਂ ਧਰਮ 'ਚ ਭੇਜਣਾ ਜ਼ਰੂਰੀ ਹੈ, ਉਹ ਤਾਂ ਜ਼ਿੰਮੇਵਾਰੀ ਹੈ। ਮੈਂ ਕਹੂੰਗਾ ਉਹ ਤਾਂ ਮੁੱਢਲਾ ਕਰਤੱਵ ਹੈ, ਫਰਜ਼ ਹੈ। ਸੋ ਅਗਰ ਇਹੋ ਜਿਹਾ ਕਿਸੇ ਨੂੰ ਪੈਸਾ ਆਉਂਦਾ ਹੈ, ਉਹਨੂੰ ਸ਼ੱਕ ਦੀ ਨਜ਼ਰ ਦੇ ਨਾਲ ਨਹੀਂ ਦੇਖਣਾ ਚਾਹੀਦਾ। ਉਹ ਬੜਾ ਪਵਿੱਤਰ ਪੈਸਾ ਹੈ, ਔਰ ਉਹ ਪੈਸਾ ਉਦੋਂ ਵੀ ਆਉਂਦਾ ਹੈ ਜਦੋਂ ਸਾਡੇ ਭਾਵੇਂ ਗੁਜਰਾਤ 'ਚ ਭੁਚਾਲ ਆ ਜੇ, ਹੜ੍ਹ ਆ ਜੇ, ਭਾਵੇਂ ਸਾਡੇ ਮੁੰਬਈ 'ਚ ਕੋਈ ਤਬਾਹੀ ਆ ਜੇ, ਜੀ, ਭਾਵੇਂ ਦਿੱਲੀ 'ਚ ਕੋਈ ਤਬਾਹੀ ਆ ਜੇ, ਭਾਵੇਂ ਪੰਜਾਬ 'ਚ ਕੋਈ ਲੋੜ ਹੋਵੇ। ਸੋ ਉਹ ਤਾਂ ਪੰਜਾਬੀਆਂ ਦਾ ਸੁਭਾਅ ਹੈ, ਪੰਜਾਬੀ ਹਰ ਜਗ੍ਹਾ ਮਦਦ ਕਰਦੇ ਨੇ ਆ ਕੇ। ਪਰ ਤੁਸੀਂ ਗੱਲ ਆਪਣੀ ਗੱਲਬਾਤ ਤੋਂ ਬਾਅਦ ਵਿਜੇ ਸਾਂਪਲਾ ਦੀ ਵੀ ਸੁਣਾ ਦਿਓ ਇੱਕ ਵਾਰੀ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਬੜੇ ਸੀਨੀਅਰ ਲੀਡਰ ਨੇ, ਸਾਬਕਾ ਮੰਤਰੀ ਨੇ। NIA ਦੇ ਮਸਲੇ ਤੇ ਉਹਨਾਂ ਨੇ ਵੀ ਆਪਣੀ ਗੱਲ ਖੋਲ੍ਹ ਕੇ ਰੱਖੀ ਹੈ, ਉਹਨਾਂ ਦਾ ਪੱਖ ਦਿਖਾ ਦਿਓ ਜ਼ਰੂਰ। ਦੇਖੋ BJP ਦੀ ਆਪਣੀ ਤਿਆਰੀ ਪੂਰੀ ਹੈ, ਪਰ ਅਸੀਂ ਪਿੱਛੇ ਜਿਹੇ ਮਾਨਯੋਗ ਰਾਜਪਾਲ ਜੀ ਨੂੰ, ਆਪਣੇ ਗਵਰਨਰ ਸਾਹਿਬ ਨੂੰ ਵੀ ਮਿਲੇ ਸੀ, ਔਰ ਉਹਨਾਂ ਨੂੰ ਵੀ ਅਸੀਂ ਕਿਹਾ ਸੀ ਕਿ ਚੁਣਾਵਾਂ ਦੇ ਲਈ ਤਾਂ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ, ਚੁਣਾਵ ਹੋਣੇ ਵੀ ਚਾਹੀਦੇ ਨੇ। ਪਰ ਜਿਸ ਤਰੀਕੇ ਦਾ ਮਾਹੌਲ ਸਰਕਾਰ ਨੇ ਪੰਜਾਬ 'ਚ ਪੈਦਾ ਕਰ ਦਿੱਤਾ, ਉਸ ਤਰ੍ਹਾਂ ਦਾ ਮਾਹੌਲ ਜਿਹੜਾ ਕਿਸੇ ਰਾਜਨੀਤਿਕ ਦਲ ਨੂੰ ਅੱਗੇ ਹੀ ਨਹੀਂ ਆਉਣ ਦੇਣਾ, ਘਰੋਂ ਬਾਹਰ ਨਹੀਂ ਨਿਕਲਣ ਦੇਣਾ, ਪ੍ਰਚਾਰ ਨਹੀਂ ਕਰਨ ਦੇਣਾ, ਉਹਨਾਂ ਨੂੰ ਆਪਣੇ ਕਾਰਜਕ੍ਰਮ ਨਹੀਂ ਕਰਨ ਦੇਣੇ। ਇਹੋ ਜਿਹੇ ਹਾਲਾਤਾਂ ਦੇ ਵਿੱਚ ਚੁਣਾਵ ਕਰਾ ਕੇ ਤੁਸੀਂ ਇੱਕ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਆ ਉਸ ਨੂੰ ਪਾਰ ਕਰਕੇ ਜਾਂ ਉਹਦੇ ਖਿਲਾਫ ਇੱਕ ਮਾਹੌਲ ਤਿਆਰ ਕਰਕੇ ਚੁਣਾਵ ਗੱਲ ਕਰੋਗੇ ਤੇ ਉਹ ਉਚਿਤ ਨਹੀਂ ਹੈ। ਪਹਿਲਾਂ ਚੁਣਾਵਾਂ ਦਾ ਮਾਹੌਲ ਬਣਾਉਣ ਦੇ ਲਈ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਸੀ, ਔਰ ਮੈਂ ਸਮਝਦਾ ਕਿ ਸਰਕਾਰ ਨੇ ਜਿਹੜਾ ਆਪਣਾ ਫਰਜ਼ ਸੀ ਕੈਪਟਨ ਸਾਹਿਬ ਨੇ ਉਹ ਤਾਂ ਅਦਾ ਨਹੀਂ ਕੀਤਾ, ਪਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਮਨ 'ਚ ਖੌਫ ਜਿਹੜਾ ਸੀ ਉਹ ਭਾਜਪਾ ਨੂੰ ਲੈ ਕੇ ਸੀ ਕਿ ਜੇ ਭਾਜਪਾ ਆਣ ਕੇ ਖੁੱਲ੍ਹ ਕੇ ਪ੍ਰਚਾਰ ਕਰੇਗੀ, ਭਾਜਪਾ ਖੁੱਲ੍ਹ ਕੇ ਲੋਕਾਂ 'ਚ ਵਿਚਰੇਗੀ, ਤੇ ਉਹਨਾਂ ਦੀ ਜਿਹੜੀ ਆ ਉਹਨਾਂ ਨੂੰ ਉਹਨਾਂ ਤੋਂ ਡਰ ਸੀ। ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਪਿਛਲੇ ਜਿੰਨੇ ਵੀ ਸਮੇਂ ਤੋਂ ਭਾਜਪਾ ਦੇ ਦੁਆਲੇ ਹੋਏ ਸੀ, ਉਹਦਾ ਕਾਰਨ ਹੀ ਇਹ ਸੀ ਕਿ ਉਹਨਾਂ ਦੇ ਮਨਾਂ 'ਚ ਡਰ ਵੀ ਭਾਜਪਾ ਦਾ ਹੀ ਸੀ। ਔਰ ਅੱਜ ਜੇ ਚੁਣਾਵ ਦੀ ਗੱਲ ਕੀਤੀ ਆ ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਲੋਕ ਜਿਹੜੇ ਆ ਭਾਜਪਾ ਨੂੰ ਘਰੋਂ ਨਹੀਂ ਨਿਕਲਣ ਦੇਣਗੇ ਤੇ ਅਸੀਂ ਚੁਣਾਵ ਜਿੱਤਾਂਗੇ। ਇਸ ਹਾਲਾਤ ਦੇ ਵਿੱਚ ਚੁਣਾਵ ਜਿਹੜੇ ਸੀ ਪਹਿਲਾਂ ਉਹਨੂੰ ਮਾਹੌਲ ਬਣਾਉਣਾ ਚਾਹੀਦਾ ਸੀ। ਪਰ ਮੈਂ ਫਿਰ ਵੀ ਕਹਾਂਗਾ ਕਿ ਕੈਪਟਨ ਸਾਹਿਬ ਤੁਸੀਂ ਜਿਸ ਤਰ੍ਹਾਂ ਦੇ ਮਰਜ਼ੀ ਮਾਹੌਲ ਦੇ ਵਿੱਚ ਚੁਣਾਵ ਕਰਾਓ, ਅਸੀਂ ਆਪਣੀ ਪੂਰੀ ਦ੍ਰਿੜਤਾ ਦੇ ਨਾਲ ਚੁਣਾਵ ਜਿਹੜੇ ਆ ਲੜਾਂਗੇ। ਬਿਲਕੁਲ। ਸੋ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਵੀ ਮੀਟਿੰਗ ਹੋਣੀ, ਕਿਉਂਕਿ ਕੱਲ੍ਹ ਨੂੰ ਕਿਸਾਨ ਜਥੇਬੰਦੀਆਂ ਦੀ ਬੈਠਕ ਕੇਂਦਰ ਦੇ ਨਾਲ ਵੀ ਹੈ। ਉਹ ਕੱਲ੍ਹ ਦਾ ਦਿਨ ਵੀ ਬੜਾ ਅਹਿਮ ਹੈ ਇਸ ਮੀਟਿੰਗ ਦੇ ਲਈ, ਕਿਉਂਕਿ ਕੱਲ੍ਹ ਉਮੀਦ ਹੈ ਕੋਈ ਵੱਡਾ ਐਲਾਨ ਕੇਂਦਰ ਸਰਕਾਰ ਕਿਸਾਨਾਂ ਦੇ ਲਈ ਕਰ ਸਕਦੀ ਹੈ। ਤੇ ਕੱਲ੍ਹ ਦੀ ਮੀਟਿੰਗ ਤੋਂ ਪਹਿਲਾਂ ਕੀ ਕੁਝ ਵਾਪਰਦਾ ਉਸ ਦੇ ਉੱਤੇ ਵੀ ਨਿਗਾਹਾਂ ਬਣਾ ਕੇ ਰੱਖਾਂਗੇ ਤੇ ਵਿਜੇ ਸਾਂਪਲਾ ਹੋਣਾ ਦੀ ਪੱਖ ਦੇ ਨਾਲ ਹੀ ਇਜਾਜ਼ਤ ਲਵਾਂਗੇ। ਜੇ ਕੋਈ ਵੱਡੀ ਖਬਰ ਹੋਏਗੀ ਫਿਰ ਆਵਾਂਗੇ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ। ਫਿਲਹਾਲ ਦੇ ਲਈ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ।